जद दा मेरी धी ने मैनू अब्बू कहना सीखिया, उसे दिन तो मैं दुखी ने खुश खुश रहना सीखिया। वाह 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 वाह। ਇਹ ਉਦੋਂ ਦੀ ਇਹ ਗੱਲ ਆ ਵੀ ਜਦੋਂ ਸੀ ਹਯਾ, ਹੁਣ ਤੇ ਹਯਾ ਵਾਲਾ ਕੰਮ ਨਹੀਂ ਰਿਹਾ। ਅੱਜ ਕੱਲ ਟੀਵੀ ਉੱਤੇ ਆਈ ਹੋਈ ਏ, ਪੀਂਗੀ ਉਹਨੇ ਅੰਬਰਾਂ ਤੇ ਪਾਈ ਹੋਈ ਏ, ਮੁੰਡੇ ਨਾਲ ਰੱਖੇ ਹੋਏ ਹਾਂਗਕਾਂਗ ਦੇ, ਹੁਣ ਕਿੱਥੋਂ ਪਾਉਂਦੇ ਹੁਣ ਮੇਰੇ ਵਾਂਗ ਦੇ। ਜਿਹੜੀ ਕਦੀ ਪਿੰਡੋਂ ਬਾਹਰ ਬਹਿਣ नहीं सी गई, ਅੱਜ ਕੱਲ ਜਾਂਦੀ ਹੋਈ शारजा दुबई। नाज़रीन, गए वक्तों में मुशायरे अदबी बैठक समझा जाते थे, लेकिन आजकल के दौर में जैसे सोशल मीडिया अपने अरूज पर आया तो यही मुशायरे एक कॉन्सर्ट की शक्ल में तब्दील कर गए। आज फैसलाबाद में हम एक मुशायरे में मौजूद हैं जहां पर मुल्क भर से जो मशहूर शुअरा हैं, जो मज़ाक के नाम से भी जाने जाते हैं, इसके अलावा अगर हम बात करें संजीदा शायरी के हवाले से भी जाने जाते हैं, जिसमें जो सर फहरिस्त नाम है फ़करी साहब, बुखारी साहब, इसके अलावा अहमद सईद और उमैर नजमी साहब आज की महफिल के जो खुसूसी मेहमान हैं या यहाँ पर अपना जो मुशायरा सजाएंगे। उनसे बात करने को जानेंगे क्या वाकई आज का मुशायरा एक इंजॉयमेंट या कॉन्सर्ट की शक्ल इख्तियार कर चुका है। वो इस हवाले से क्या कहते हैं, आइए उन्हीं की ज़ुबानी जानते हैं। रब्बा दे लेखां अंदर गूढ़ियां छावां रखी, रब्बा दी सूरत वेखां कदी ना हारियां वर्गी, ते जद दा मेरी धी ने मैनू बाबल कहना सीखिया, जद दा मेरी धी ने मैनू अब्बू कहना सीखिया, उसे दिन तो मैं दुखी ने खुश खुश रहना सीखिया। वाह 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 वाह, क्या कहने वाह वाह वाह। धी है मेरी निक्के तारियां वर्गी, आहा सारियां वर्गी लगदी है पर ओ नहीं सारे वर्गी। वाह 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 वाह। रब्बा दे लेखां अंदर गूढ़ियां छावां रखी, रब्बा दी सूरत वेखां कदी ना हारियां वर्गी। आहा हा हा। जी नाज़रीन, पंजाबी का वड्डा नाम अगर फैसलाबाद की गल करिए तो बुखारी साहब ना हों तो जाती होएगी। इन्हों का कुछ दो ऐसे सवाल करांगा जी साडी हिस्से के मुतलिक होणगे ते उन्होंने भी पुछते हैं। अच्छा बुखारी साहब, ये दस्सिओ कि पुरानियां महफिलों के विच एक शमा जलाने की रवायत होंदी सी, अजकल के मुशायरे च असीं नहीं देखते, ਇਹਦੀ ਕੀ वजह असीं क्यों भुल गए ਹਾਂ। ਰਵਾਇਤਾਂ ਤੇ ਖੈਰ ਨਹੀਂ ਭੁੱਲੀਆਂ ਜਾਂਦੀਆਂ ਕਿਉਂਕਿ ਵਸੇਬ ਦੇ ਨਾਲ ਜੁੜੀਆਂ ਹੁੰਦੀਆਂ ਨੇ, ਤੇ ਸਾਡੀ ਜਿਹੜੀ ਰਹਿਤਲ ਆ, ਸਾਡੀ ਜਿਹੜੀ ਵਸੋਂ ਆ, ਸਾਡਾ ਜਿਹੜਾ ਵਸੇਬ ਆ, ਇਹ ਉਹਦੇ ਨਾਲ ਨਾਲ ਰਵਾਇਤਾਂ ਜਿਹੜੀਆਂ ਨੇ ਇਨਸਾਨ ਦੀਆਂ ਹੀ ਬਣਾਈਆਂ ਨੇ, ਤੇ ਲੇਕਿਨ ਇਹ ਜੁੜੀਆਂ ਹੁੰਦੀਆਂ ਨੇ ਇਨਸਾਨੀ ਜ਼ਿੰਦਗੀ ਦੇ ਹਾਲਾਤ ਦੇ ਨਾਲ। ਹੁਣ ਅੱਜ ਕੱਲ੍ਹ ਜਿਹੜੇ ਜ਼ਿਆਦਾ ਰਸਮੋ ਰਿਵਾਜ ਨੇ ਉਹਦੇ ਵਿੱਚ ਮੈਂ ਸਮਝਣਾ ਕਿ ਅਫਰਾ ਤਫਰੀ ਜਿਹੜੀ ਆ ਨਾ ਉਹ ਜ਼ਿਆਦਾ ਆ ਗਈ ਹੈ। ਜਿਹੜਾ ਠਹਿਰਾਓ ਹੈ ਜ਼ਿੰਦਗੀ ਦੇ ਵਿੱਚ ਉਹ ਬਹੁਤ ਘਟ ਗਿਆ। ਇਹਦੇ ਵਿੱਚ ਲੋਕ ਇਹਨੂੰ ਮੁਰਦੇ ਇਲਜ਼ਾਮ ਕਰਦੇ ਨੇ ਮੀਡੀਆ ਨੂੰ ਕਿ ਮੀਡੀਆ, ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਇਹ ਇਸ ਤਰ੍ਹਾਂ ਹੋਇਆ। ਇਸ ਤਰ੍ਹਾਂ ਨਹੀਂ ਹੈਗਾ, ਕਿਉਂਕਿ ਇਨਸਾਨੀ ਮਫਾਦਾਤ ਜਿਹੜੇ ਨੇ ਉਹ ਇੱਕ ਦੂਸਰੇ ਨਾਲ ਜੁੜੇ ਹੁੰਦੇ ਨੇ, ਤੇ ਜਦੋਂ ਇੱਕ ਦੂਸਰੇ ਨਾਲ ਰਬਤ ਰਹਿੰਦਾ, ਇੱਕ ਦੂਸਰੇ ਦੇ ਨਾਲ ਫਾਹਮੋ ਤਫਹੀਮ ਰਹਿੰਦੀ ਆ, ਤੇ ਉਹਦੇ ਨਾਲ ਮਸਾਇਲ ਜਿਹੜੇ ਨੇ ਉਹਦੇ 'ਚ ਕਮੀ ਆਉਂਦੀ। ਜਿੱਥੋਂ ਤੱਕ ਇਹ ਹੈ ਕਿ ਇਹ ਸਾਡਾ ਇੱਕ ਰਸਮ ਸੀ, ਸਾਡੀ ਇੱਕ ਤਕਰੀਬਾਤੀ ਗੱਲ ਸੀ ਕਿ ਅੱਜ ਕੱਲ੍ਹ ਮੇਰਾ ਤਾਂ ਖਿਆਲ ਹੈ ਬਹੁਤ ਜਗ੍ਹਾ 'ਤੇ ਮੈਂ ਦੇਖਿਆ ਕਿ ਉਹ ਰਸਮ ਉਸੇ ਤਰ੍ਹਾਂ ਚਲਾਈ ਜਾਂਦੀ ਆ, ਲੇਕਿਨ ਜਿੱਥੇ ਇਹਦੀ ਜ਼ਰੂਰਤ ਨਹੀਂ ਹੁੰਦੀ, ਜਿੱਥੇ ਇਹਦਾ ਪੰਡਾਲ ਨਹੀਂ ਸਜਦਾ ਉਸ ਤਰ੍ਹਾਂ ਦਾ, ਤੇ ਉੱਥੇ ਨਹੀਂ ਇਹ ਪ੍ਰੋਗਰਾਮ ਹੁੰਦੇ। ਲੇਕਿਨ ਸਿਸਟਮ ਜਿਹੜਾ ਨਾ ਇਹਦੇ ਨਾਲ ਨਾਲ ਹਰ ਸ਼ੈ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਅੱਛਾ ਬੁਖਾਰੀ ਸਾਹਿਬ, ਮੈਨੂੰ ਇਹ ਵੀ ਦੱਸਣਾ ਕਿ ਜਿਹੜੇ ਸਾਡੇ ਪੁਰਾਣੇ ਪੰਜਾਬੀ ਦੇ ਸ਼ੌਰਾ ਸੀਗੇ ਉਹ ਸ਼ਾਇਰੀ ਕਰਦੇ ਸੀ, ਲੇਕਿਨ ਉਹਦੇ ਵਿੱਚ ਤੰਜ਼ ਹੁੰਦਾ ਸੀਗਾ, ਜਿਹਦੇ ਵਿੱਚ ਮਸਲਾ ਵੀ ਬਿਆਨ ਕਰ ਦਿੰਦੇ ਸੀ, ਅਲਫਾਜ਼ ਵੀ ਸੀ, ਮਜ਼ਾਹ ਵੀ ਸੀ, ਲੇਕਿਨ ਅੱਜ ਕੱਲ੍ਹ ਦੀ ਸ਼ਾਇਰੀ ਸਿਰਫ ਜੁਗਤਬਾਜ਼ੀ 'ਤੇ ਹੀ ਕਿਉਂ ਰਹਿ ਗਈ? ਨਹੀਂ, ਮੈਂ ਇਹਦੇ 'ਚ ਕਹਾਂਗਾ ਕਿ ਸ਼ਾਇਦ ਤੁਹਾਡਾ ਉਸ ਸ਼ਾਇਰੀ ਦੇ ਉੱਤੇ ਧਿਆਨ ਆ ਜਿਹੜੀ ਜੁਗਤਬਾਜ਼ੀ ਦੀ ਸ਼ਾਇਰੀ ਆ, ਵਰਨਾ ਮਤਲਬ ਮੈਂ ਤੇ ਜੁਗਤਬਾਜ਼ੀ ਦੀ ਵੀ ਸ਼ਾਇਰੀ ਕਰਾਂ ਨਾ ਤੇ ਫਿਰ ਵੀ ਉਹ 'ਚ ਲੈਸਨ ਨਹੀਂ ਹੁੰਦਾ। ਫਿਰ ਵੀ ਉਹਦੇ 'ਚ, ਕਿਉਂਕਿ ਮੈਂ ਵਾਕਿਆਤੀ ਸ਼ਾਇਰੀ ਕਰਦਾ, ਲੋਕ ਹੁਸਨੋ ਜਮਾਲ ਦੇ ਉੱਤੇ ਸਾਰੀ ਉਮਰ ਗੁਜ਼ਾਰ ਦਿੰਦੇ ਨੇ, ਲੇਕਿਨ ਮੈਂ ਵਾਕਿਆਤੀ ਹਾਦਸਾਤੀ ਸ਼ਾਇਰੀ ਜਿਹੜੀ ਆ ਉਹ ਕਰਦਾ, ਤੇ ਉਹਦੇ ਵਿੱਚ ਫਿਰ ਜ਼ਬਾਨ, ਮੈਂ ਤਾਂ ਵੈਸੇ ਜ਼ਿਆਦਾ ਜ਼ਬਾਨ ਨੂੰ ਜ਼ਿੰਦਾ ਰੱਖਣ ਵਾਸਤੇ ਕੰਮ ਕਰ ਰਿਹਾ, ਲੇਕਿਨ ਬਾਕੀ ਇਜ਼ਾਫਤਾਂ ਜਿਹੜੀਆਂ ਨੇ ਸਾਰੀਆਂ ਨਾਲ ਰਲਦੀਆਂ ਜਾਂਦੀਆਂ ਨੇ। ਤੇ ਅਸੀਂ ਜਿਹੜੀ ਵਾਕਿਆਤੀ ਸ਼ਾਇਰੀ ਕਰਦੇ ਆ ਉਹਦੇ ਵਿੱਚ ਸਬਕ ਹੀ ਹੁੰਦੇ ਨੇ, ਸਬਕ ਮੋਹ ਸ਼ਾਇਰੀ ਹੁੰਦੀ ਆ। ਪੜ੍ਹਨ ਵਾਲਾ ਜਿਹੜਾ ਵਾ ਉਹਦਾ ਇੱਕ ਰੁਝਾਨ ਹੁੰਦਾ ਵਾ ਕਿ ਉਹ ਮਜ਼ਾਹ ਲੱਭ ਰਿਹਾ ਹੁੰਦਾ ਵਾ ਜਾਂ ਉਹ ਆਪਣੇ ਹਿਸਾਬ ਦੀਆਂ ਗੱਲਾਂ ਵਿੱਚ ਲੱਭ ਰਿਹਾ ਹੁੰਦਾ, ਲੇਕਿਨ ਜਿਹੜਾ ਬੰਦਾ ਸ਼ਾਇਰੀ ਕਰ ਰਿਹਾ, ਜਿਸ ਤਰ੍ਹਾਂ ਬਜ਼ੁਰਗਾਂ ਨੇ ਦੀਨ ਨੇ ਸ਼ਾਇਰੀ ਕੀਤੀ, ਜਿਸ ਤਰ੍ਹਾਂ ਸਾਡੇ ਖਿੱਤੇ ਦੇ ਬਜ਼ੁਰਗਾਂ ਨੇ, ਸਾਡੇ ਪੰਜਾਬੀ ਦੇ ਵੱਡਿਆਂ ਨੇ ਜਿਹੜੀ ਸ਼ਾਇਰੀ ਕੀਤੀ ਹੈ, ਸ਼ਾਹ ਹੁਸੈਨ ਨੇ ਕੀਤੀ, ਬੁੱਲੇ ਸ਼ਾਹ ਨੇ ਕੀਤੀ, ਹਜ਼ਰਤ ਸੁਲਤਾਨ ਬਾਹੂ ਨੇ ਕੀਤੀ ਆ, ਵਾਰਿਸ ਸ਼ਾਹ ਨੇ ਕੀਤੀ ਆ, ਜਿਹੜੀ ਸ਼ਾਇਰੀ ਸੈਫੁਲ ਮਲੂਕ, ਹੁਣ ਤੁਸੀਂ ਮੀਆਂ ਮੁਹੰਮਦ ਬਖਸ਼ ਦਾ ਕਲਾਮ ਵੇਖੋ, ਜਿਹੜੀ ਸ਼ਾਇਰੀ ਹਰ ਸ਼ੇਰ ਦੇ ਵਿੱਚ
ਜਿਸ ਤਰ੍ਹਾਂ ਇਹ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਉਹਨਾਂ ਦੇ ਹਰ ਸ਼ੇਰ ਦੇ ਵਿੱਚ ਕੋਈ ਮੋਹਜ਼ਾਤੀ ਗੱਲ ਹੁੰਦੀ ਸੀ, ਕੋਈ ਸਬਕ ਆਮੋਜ਼ ਗੱਲ ਹੁੰਦੀ ਸੀ, ਤੇ ਅੱਜ ਦੇ ਸ਼ਹਿਰਾਂ 'ਚ ਨਹੀਂ। ਮੇਰਾ ਖਿਆਲ ਅੱਜ ਦੇ ਸ਼ਹਿਰਾਂ 'ਚ ਉਹਨੂੰ ਉਹਦਾ ਕਰਨ ਦਾ ਅੰਦਾਜ਼ ਜਿਹੜਾ ਵਾ ਕਿਸੇ ਦਾ ਹਲਕਾ ਹੋ ਸਕਦਾ, ਕਿਸੇ ਦਾ ਭਾਰਾ ਹੋ ਸਕਦਾ, ਕਿਸੇ ਦਾ ਸੋਹਣਾ ਹੋ ਸਕਦਾ, ਕਿਸੇ ਦਾ ਕੋਝਾ ਹੋ ਸਕਦਾ, ਲੇਕਿਨ ਗੱਲ ਪੂਰੀ ਕਰ ਜਾਂਦੇ ਨੇ। ਜੈਸਾ ਕਿ ਨਜ਼ਮ ਸੁਣਾਓਗੇ ਸਾਡੇ ਨਾਜ਼ਰੀਨ ਨੂੰ ਕੋਈ ਜਿਹੜੀ ਤੁਹਾਨੂੰ ਬੋਰੀ ਪਸੰਦ ਹੈ ਤੇ ਅੱਜ ਕੱਲ੍ਹ ਦੇ ਸੁਸਾਇਟੀ ਵਾਸਤੇ ਫਿੱਟ ਬੈਠ? ਇਹ ਬਹੁਤ ਪੁਰਾਣੀ 1985 ਦੀ ਲਿਖੀ ਹੋਈ ਆ, ਤੇ ਇਹਦੇ ਇੰਡੀਆ ਦੇ ਵਿੱਚ ਇਹਨੂੰ ਬਹੁਤ ਪਜ਼ੀਰਾਈ ਮਿਲੀ ਸੀ ਉੱਥੇ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ। ਉਹ ਇਹ ਹੈ ਕਿ ਤਰੱਕੀ ਜਿਹੜੀ ਅਸੀਂ ਜਿਹਨੂੰ ਤਰੱਕੀ ਸਮਝਦੇ ਆ ਨਾ ਜੀ, ਤੇ ਉਹ ਤਰੱਕੀ ਜਿਹਨੂੰ ਅਸੀਂ ਤਰੱਕੀ ਸਮਝਦੇ ਐਕਚੁਅਲੀ ਉਹ ਤਰੱਕੀ ਨਹੀਂ ਹੁੰਦੀ। ਤੇ ਅੱਜ ਕੱਲ੍ਹ ਜਿਹਨੂੰ ਇਹ ਨੌਜਵਾਨ ਤਰੱਕੀ ਸਮਝਦੇ ਨੇ ਕਿ ਮੇਰੀਆਂ ਵਫਾਵਾਂ ਵਿੱਚ ਹੰਝੂ ਘੇਰਦੀ, ਭੋਲੀ ਭਾਲੀ ਕੁੜੀ ਹੋਵੇ ਬੀਕਾਨੇਰ ਦੀ, ਮੱਖਣਾ ਦੀ ਪਲੀ ਹੋਈ ਮੇਰੇ ਹਾਣ ਦੀ, ਵਿਹੜੇ ਵਿੱਚ ਬੈਠੀ ਹੋਈ ਆਟਾ ਛਾਣ ਦੀ, ਆਟਾ ਗੁੰਨੀ ਜਾਏ ਨਾਲੇ ਮੈਨੂੰ ਵੇਖੀ ਜਾਏ, ਸ਼ੀਤ ਕਰਕੇ ਉਹ ਕਾਮਾਂ ਨੂੰ ਉਡਾਏ, ਘਰ ਖੌਰੇ ਆਉਣ ਵਾਲਾ ਬਾਪ ਹੋਵੇਗਾ, ਕਿਸੇ ਨਾ ਵੀ ਬੋਲੇਗੀ ਤਾਂ ਪਾਪ ਹੋਵੇਗਾ, ਅੱਖਾਂ ਅੱਗੇ ਹੱਥ ਦੇ ਅਡੋਲ ਹੱਸ ਕੇ, ਵਿਹੜੇ ਵਿੱਚੋਂ ਬੂਹੇ ਵੇਲੇ ਹੋਈ ਨੱਸ ਕੇ, ਹੌਲ ਤਾਈ ਵਿੱਚ ਆਟਾ ਭੁੰਜੇ ਸੁੱਟ ਗਈ, ਬੂਹੇ ਨਾਲ ਵੱਜੀ ਤੇ ਕਨਾਲੀ ਟੁੱਟ ਗਈ। ਇਹ ਉਦੋਂ ਦੀ ਇਹ ਗੱਲ ਆ ਵੀ ਜਦੋਂ ਸੀ ਹਯਾ, ਹੁਣ ਤੇ ਹਯਾ ਵਾਲਾ ਕੰਮ ਨਹੀਂ ਰਿਹਾ। ਅੱਜ ਕੱਲ੍ਹ ਟੀਵੀ ਉੱਤੇ ਆਈ ਹੋਈ ਏ, ਪੀਂਗੀ ਉਹਨੇ ਅੰਬਰਾਂ ਤੇ ਪਾਈ ਹੋਈ ਏ, ਮੁੰਡੇ ਨਾਲ ਰੱਖੇ ਹੋਏ ਹਾਂਗਕਾਂਗ ਦੇ, ਹੁਣ ਕਿੱਥੋਂ ਪਾਉਂਦੇ ਹੁਣ ਮੇਰੇ ਵਾਂਗ ਦੇ। ਜਿਹੜੀ ਕਦੀ ਪਿੰਡੋਂ ਬਾਹਰ ਬਹਿਣ ਨਹੀਂ ਸੀ ਗਈ, ਅੱਜ ਕੱਲ੍ਹ ਜਾਂਦੀ ਹੋਈ ਸ਼ਾਰਜਾ ਦੁਬਈ। निगाहे नाज का जादू जो चल गया, पत्थर मिजाज दिल था के यकसर पिघल गया, पत्थर मिजाज दिल था के यकसर पिघल गया, नाजुक वजूद उसका सोकलियां है उस पे बोझ, नाजुक वजूद उसका सोकलियां है उस पे बोझ, बोसा लिया हवा ने तो रुखसार जल गया, उसने दिल से मुझे निकाला है, उसका मेरा यही हवाला है, उसने दिल से मुझे निकाला है, जा रहा हूं मैं देखने उसको, सारा मंजर बदलने वाला है, ऐसे समझें कि आग का है खेल, मुझको इंग्लिश के ताने देती रही, खुद वो उर्दू में हो गई है फेल, हम हुए तुम हुए कि मीर हुए, अपनी बेगम के सब असीर हुए, और पूरी ससुराली सल्तनत में मियां रन मुरीदी के हम सफीर हुए, मुझसे पीते भी खाई जाती है और आंखें दिखाई जाती है, मैं जिसे मोरनी बुलाता हूं मुझको उल्लू बनाई जाती है, मैं जिसे मोरनी बुलाता हूं मुझको उल्लू बनाई जाती है, ये हुकूमत का कारनामा है, ये हुकूमत का कारनामा है, दिन में तारे दिखाई जाती है, ਇਹ ਕੌਣ ਆ ਰਹੇ ਨੇ ਤੇ ਕਾਹਦੇ ਨੇ ਰੌਲੇ, ਜ਼ਮੀਨ ਰਕਸ ਕਰਦੀ ਪਈ ਹੌਲੇ ਹੌਲੇ, ਇਹ ਰੰਗ ਰੂਪ ਨਿਤਰੇ ਤੇ ਮੌਸਮ ਸਵਾਏ, ਕਲੀਆਂ ਨੇ ਹੱਸ ਹੱਸ ਕੇ ਗਿੱਧੇ ਨੇ ਪਾਏ, ਬਹਾਰਾਂ ਨੇ ਪਲਕਾਂ ਵਿਛਾਈਆਂ ਨੇ ਸਦਕੇ, ਹਵਾਵਾਂ ਨੇ ਲੁੱਡੀਆਂ ਵੀ ਪਾਈਆਂ ਨੇ ਸਦਕੇ, ਬਦਲਾਂ ਨੇ ਰਾਹੀਂ ਤਰਮਕੇ ਨੇ ਲਾਏ, ਗੁੰਚੇ ਵੀ ਸੱਤ ਰੰਗੀ ਛਾਂ ਲੈ ਕੇ ਆਏ, ਗੁੰਚੇ ਵੀ ਸੱਤ ਰੰਗੀ ਛਾਂ ਲੈ ਕੇ ਆਏ, ਮੈਂ ਕਿ ਚਮਨਦਾਰ ਰਸਤੇ ਸਜਾਏ, ਫਰਿਸ਼ਤੇ ਚੰਗੇਰਾਂ ਚ ਫੁੱਲ ਲੈ ਕੇ ਆਏ, ਅੰਬਰ ਵੀ ਰਕਸਾਂ ਘੁੰਮ ਘੁੰਮ ਕੇ ਆਵੇ, ਜ਼ਮੀਨ ਆਪਣੀ ਅੱਡੀ ਜ਼ਮੀਨ ਤੇ ਨਾ ਲਾਵੇ, अंबर भी रक्षाएं घुम घुम के आवे, जमीन अपनी अड्डी जमीन ते न लावे, ए बुलियां दी सरगोशी छखड़ां दी मस्ती च इंज नूर आया है बशरां दी बस्ती च, रब अपने गुड़ विचों खंड कट के दसी, मुहम्मद दी दुनिया ते वंड कट के दसी कि बंदे ले बंदे ते मुहम्मद ले नूर हैं, और सानू ते सच पुछो सब कुछ हजूर है। मेरा पैगाम ये है कि अदब तो बहरहाल वही है जिसको अदब आलिया समझा जाता है, कि जिस तक आपका जहन रसाई पाता है तो आप वो गिरें खोलते हैं कायनात की जो इंसान की पहुंच से दूर हैं, लेकिन वहाँ तक रसाई के लिए मेरे ख्याल में ये भी एक रास्ता है। लोग चाहे बुरा शेर भी सुनकर शायरी की तरफ मुतवज्जा होते हैं, तो हर कोई अपने से का काम कर रहा है, मेरे ख्याल में किसी को रोकना या किसी को ये कहना कि इसको छोड़ दिया जाए वो गलत है। वो लोग वक्त खुद फैसला कर देता है, जो भी फैसला होगा वो सामने आ जाएगा, अच्छा अदब ही रहेगा। दुनिया में हर चीज़ इर्तिका पज़ीर होती है, हर चीज़ बदलती है। जैसे हम देख रहे हैं कि अब वो मुशायरा वो नहीं है जो कोई पिछले सदी में था, बल्कि पिछले दिहाई में भी हर दिहाई में चेंज आ रही हैं तो, और जब दुनिया बदलती है तो उसके साथ जो जितनी भी चीज़ें बदल रही होती हैं उसमें एक मुशायरा भी है, क्योंकि हमारी एक सोशल गैदरिंग होती है, सारी सोशल गैदरिंग बदल रही हैं, शादियाँ भी वैसी नहीं हो रही जैसे पहले हुआ करती थी, तो ये भी इसमें भी काफ़ी तब्दीली आ गई है। लेकिन बहरहाल लोग मुशायरे की वजह से अभी भी शेर से जुड़ते हैं
शायरों को सुनते हैं, उस शेर की वजह से शायरी पढ़ना शुरू करते हैं। अब तो शायरी ज़रिए इज़हार बन गया है, लोग स्टेटस लगाते हैं अपने शायरों के। तो मैं यही समझता हूँ कि इसमें कोई भी मनफी चीज़ अगर आप निकाल दें तो मेरे ख्याल में ओवरऑल इसका इम्पैक्ट पॉजिटिव ही है। जी, वो दो शायर हैं कि वो मुँह लगाता है जब कोई काम होता है, जो उसका होता है समझो गुलाम होता है, किसी का हो के दोबारा आना आना मेरी तरफ, किसी का हो के दोबारा आना आना मेरी तरफ, मोहब्बतों में हलाला हराम होता है। जी नाज़रीन, जाहिद फ़खरी साहब हमारे साथ मौजूद है। जैसे हमने बाकी शोरा से बात की, ये भी फैसलाबाद का बड़ा नाम है, पूरी दुनिया में जाने जाते हैं। इनकी कई गज़लें हैं जो कि नौजवानों के दिल चीर कर गुजर जाते हैं। इनसे बात करते हैं और जानते हैं। अच्छा सर, ये बताइएगा कि आजकल के दौर में अगर हम शायरी की बात करें, आपको ये लगता है कि ये कॉन्सर्ट की जगह ले रही हैं जो कि अदारों में चलती थी, या जो उससे पहले हम महफ़िलें हम देखते थे, सुनते थे बड़ों से, वो कहते हैं ये जो शायराना महफ़िल थी ये बड़ी अदबी हुआ करती थी। क्या उसमें कोई फ़र्क है आपकी नज़र में? देखिए, अगर आप इस दौर की गज़लें उठा के देखें तो वो अदब के म्यार से किस तरह कम नहीं है। इवन जो मज़ाह भी लिखा जा रहा है वो बड़ी संजीदगी से लिखा जा रहा है। तो मैं समझता हूँ कि अगर ये काम थोड़ा सा ज़्यादा अच्छे तरीके से हो रहा है कि इसमें बाजा म्यूज़िक इन्वॉल्व नहीं है, कम खर्चे से आप एक तफरीह का सामान कर रहे हैं, तो मेरा ख्याल है ये चलने दें। ये दिलदारी का सिलसिला है, इसमें अदब अपनी जगह कायम है, लेकिन ये इस दौर का है ना, ये इस दौर को आप समझें ये क्या दौर है। लोग चाहते हैं 1 घंटे के अंदर उन्हें सब कुछ मिल जाए, मोहब्बत मिल जाए, शायरी मिल जाए, अदब मिल जाए, तफरीह मिल जाए। तो फिर ऐसे ही अब लंबे मुशायरे नहीं होने चाहिए। 3-4 शायर आएँ, 15-15 मिनट सुनाएं, मज़ाक करें, लोगों को हंसाएं या रुलाएं, ये तो उन पे मुनसर है, तो काम चलता रहे दिलदारी का बस। तो जैसे आजकल का जो दौर है सोशल मीडिया पर के दारोमदार में है, कुछ लोग ये कहते हैं कि शोरा ने इसको कारोबार बना लिया है, उनके लिए, नाक़दीन के लिए क्या पैगाम देना चाहिए? तो शोरा कहाँ से खाएंगे फिर? उन्होंने भी तो कुछ खाना है ना, ठीक है ना। हर काम जो है ना पूरी दुनिया में मनी, थ्रू मनी चलता है सारा काम ना, कोई काम भी आप कर लें तो शोरा कराम को भी उतनी ही इज्जत मिलनी चाहिए, उनकी जेबें भी उसी तरह भरनी चाहिए। वो भी एक बहुत बड़ा काम कर रहे हैं। कौमें जो हैं वो अपने शायरों अदीबों से पहचानी जाती। तो ये कारोबार तो नहीं है, इसको कारोबार का नाम ना दें, लेकिन ये एक एजाज़ है और एजाज़िया है जो उनको मुंतकिल होना चाहिए, क्योंकि वो अपना वक्त दे रहे हैं, अपनी सोच दे रहे हैं, अपनी सारी तवानाइयाँ। क्योंकि हमारा ये अगर शायर अदीब ना होते तो ये कौम तो रो रो के मर जाती। मोहब्बत के सफ़र में कोई भी रास्ता नहीं देता, ज़मीं वाकिफ़ नहीं बनती, फलक साया नहीं देता। खुशी और दुख के मौसम सबके अपने अपने होते हैं, किसी को अपने हिस्से का कोई लम्हा नहीं देता। उदासी जिसके दिल में हो उसी की नींद उड़ती है, किसी को अपनी आँखों से कोई सपना नहीं देता। न जाने कौन होते हैं जो बाजू थाम लेते हैं, मुसीबत में सहारा कोई भी अपना नहीं देता। उठाना खुद ही पड़ता है थका टूटा बदन फ़खरी, कि जब तक सांस चलती है कोई कंधा नहीं देता। सर आखिर में मुझे ये बताइएगा कि फैसलाबादियों के लिए शायर कितने ज़रूरी हैं और शायरों के लिए फैसलाबाद कैसा है? फैसलाबाद बड़ा ज़रखेज़ है। यहाँ पर पहले यहाँ का तो वैसे ही बड़ा माहौल शायराना भी है, बेटी पहला कि ये लूमों का शहर है, शटल की तरह घूमते थे बाहर का भी। हर मुआशरे के लिए, हर जगह के लिए अदब बहुत ज़रूरी है। म्यूज़िक, अदब, ये सारी चीज़ें, इनसे आप इनाराफ़ नहीं कर सकते, इनको साथ लेके चलना है। मकालमा, डायलॉग, ड्रामा, ये सब चीज़, जितने फ़नून लतीफ़ा हैं, इन सब को राइज होना चाहिए, सबकी तरक्की होनी चाहिए और इसको इज्जत देनी चाहिए। ਉਹ ਤੱਕਦਾ ਏ ਭੁੱਲ ਜਾਂਦਾ ਏ, ਅਗਲਾ ਬੰਦਾ ਰੁੱਲ ਜਾਂਦਾ ਏ। ਉਹ ਤੱਕਦਾ ਏ ਭੁੱਲ ਜਾਂਦਾ ਏ, ਅਗਲਾ ਬੰਦਾ ਰੁੱਲ ਜਾਂਦਾ ਏ। ਸੜਕ ਤੇ ਉਹ ਟੁਰਦਾ ਏ ਐਵੇਂ, ਸੜਕ ਤੇ ਉਹ ਟੁਰਦਾ ਏ ਐਵੇਂ ਜਿਵੇਂ ਨਹਿਰ 'ਚ ਫੁੱਲ ਜਾਂਦਾ ਏ। ਸੜਕ ਤੇ ਉਹ ਟੁਰਦਾ ਏ ਐਵੇਂ ਜਿਵੇਂ ਨਹਿਰ 'ਚ ਫੁੱਲ ਜਾਂਦਾ ਏ। ਉਹਦਾ ਦਿਲ ਹੱਟੀ ਦਾ ਬੂਹਾ, ਉਹਦਾ ਦਿਲ ਹੱਟੀ ਦਾ ਬੂਹਾ ਜਿਹੜਾ ਆਵੇ ਖੁੱਲ ਜਾਂਦਾ ਏ। ਉਹਦਾ ਦਿਲ ਹੱਟੀ ਦਾ ਬੂਹਾ ਜਿਹੜਾ ਆਵੇ ਖੁੱਲ ਜਾਂਦਾ ਏ। ਫਿਰ ਕੀ ਹੋਇਆ ਜੇ ਮੈਂ ਰੋਇਆ, ਫਿਰ ਕੀ ਹੋਇਆ ਜੇ ਮੈਂ ਰੋਇਆ, ਭਰਿਆ ਬਰਤਨ ਡੁੱਲ ਜਾਂਦਾ ਏ।
خوشی ملتی ہے کیا جذبات کی توہین کر کے, یہ تم جو چھوڑتے رہتے ہو میسج سین کر کے. خوشی ملتی ہے کیا جذبات کی توہین کر کے, یہ تم جو چھوڑتے رہتے ہو میسج سین کر کے. وہ پیچھے ہٹ گئی ہے عشق کی جانب بلا کر, وہ پیچھے ہٹ گئی ہے عشق کی جانب بلا کر, مسلمہ ہو گئی ہے خود مجھے لادین کر کے. بہت شکریہ. وہ پیچھے ہٹ گئی ہے عشق کی جانب بلا کر, مسلمہ ہو گئی ہے خود مجھے لادین کر کے. اور مجھے ہر بار لگتا ہے ملاقات آخری ہے, مجھے ہر بار لگتا ہے ملاقات آخری ہے, اسے ملتا ہوں ورد سورہ یاسین کر کے. کسی کا ہو کے دوبارہ نہ آنا میری طرف, کسی کا ہو کے دوبارہ نہ آنا میری طرف, محبتوں میں حلالہ حرام ہوتا ہے. تو خوش نہ ہو کہ پکارا ہے جان کہہ کے تجھے, تو خوش نہ ہو کہ پکارا ہے جان کہہ کے تجھے, یہ اس کے جیسوں کا تکیہ کلام ہوتا ہے. بہت شکریہ. بوجھ اٹھانا پڑا ہے سارا دن, ایک نوالا زیادہ کھایا تھا اور آدھے سر کا ہی درد ہوتا ہے, آدھے سر کا ہی درد ہوتا ہے, آدھا اس نے کبھی دبایا تھا, آدھے سر کا ہی درد ہوتا ہے, آدھا اس نے کبھی دبایا تھا. اور صدیاں گزار دی یہاں لمحے کو کاٹ کر, صدیاں گزار دی یہاں لمحے کو کاٹ کر, رستہ بنا چکا ہوں میں رستے کو کاٹ کر. یہ لفظ جو ہیں شعر کے قطرے ہیں خون کے, ہوتا ہے ایک مصرع کلیجے کو کاٹ کر. پہلے بنایا زاویہ اس دل میں قید کا, پہلے بنایا زاویہ اس دل میں قید کا, پھر گھر بنا لیا اسی پنجرے کو کاٹ کر, پھر گھر بنا لیا اسی پنجرے کو کاٹ کر. کسی نے خواب کیا دیکھے ہمارے, کسی نے خواب کیا دیکھے ہمارے, زمانہ پڑ گیا پیچھے ہمارے. کسی نے خواب کیا دیکھے ہمارے, زمانہ پڑ گیا پیچھے ہمارے. کہاں تک صبر کرنا ہوگا ہم کو, کہاں تک ساتھ ہیں صدمے ہمارے. اور تیری باہوں میں وہ گرمی نہیں ہے, تیری باہوں میں وہ گرمی نہیں ہے کہ ٹھنڈے پڑ گئے شعلے ہمارے. بات یہ ہے کہ جیسے آج ابھی آپ نے دیکھا فیضان البرکت میں اور یونیورسٹی کالجز میں جیسے آپ ذکر بھی کر رہے ہیں, تو واہ تو ضروری بھی ہے. البتہ وہ ایک علیحدہ بات ہے کہ شاعروں کو اپنا احترام, اور وہ شاعر رکھ بھی رہے ہیں. تو آج کل کیونکہ ینگ جنریشن کے حوالے سے اگر شعر کہے جا رہے ہیں, یہ کوئی ایسا مسئلہ نہیں ہوتا. شعر اپنے دور میں اپنے دور کے حوالے سے کہے جاتے ہیں, تو اس میں بڑے بڑے اچھے شعر ہو بھی رہے ہیں, اور بچے اب اور میچور ہو گئے ہیں اور وہ سمجھتے ہیں شعروں کو. اور یہ جو شعور ہے یا واہ واہ ہے, تو یہ تو ضروری بھی ہے, اور یہ اس کا حصہ بھی ہے. اور میں سمجھتا ہوں کہ جو یہ دور ہے یہ بہت ہی اچھا دور, دوبارہ سے ایک دور جو ہے شاعری کا زمانہ جسے کہیں, وہ زمانہ دوبارہ سے آیا ہے. اور الحمدللہ ہر طرف جو شاعر ہیں اور آڈینس ہیں, وہ آپ کو اب پورے پنجاب, پورے سندھ, پورے بلوچستان کے پکی میں آپ دیکھیں کہ یونیورسٹیز میں, آرگنائزیشنز میں اور ٹی وی چینلز پر کیسے مظاہرے ماشاءاللہ ہو رہے ہیں. تو یہ بڑا خوشائن ہے اور اس کی تعریف ہی کرنی چاہیے. جیسے آخری سوال میرا یہ بتائیے گا کہ جو آج کل کی جو نوجوان نسل ہے وہ کافی شعر و شاعری کی طرف راغب ہو رہی ہے, یہ صرف انجوائمنٹ کے لیے آتے ہیں کیا یہ کچھ سبق بھی سیکھتی ہیں؟ آپ اس حوالے سے کیا کہتے ہیں, کیا آبزرو کیا آپ نے ابھی تک؟ یہ بہت سے انجوائمنٹ کے لیے بھی آتے ہیں, بہت سے ویسے سیکھنے بھی آتے ہیں. تو انجوائمنٹ کے لیے بھی جب آپ آئیں گے تو آگے چیز یہ ہے کہ وہ کر کیا رہے ہیں, وہ لٹریچر سیکھ رہے ہیں, وہ شاعری میں معاشرتی طور پر بھی ہو رہی, محبت کے حوالے سے بھی ہو رہی, مزاح کے حوالے سے بھی آ رہی ہے. تو جب بچے آئیں گے, ماحول کریٹ ہوگا, تو اس میں انجوائمنٹ تو ہونی چاہیے ان کے لیے کہ ان کو پتہ چلے, ورنہ تو یہ آہستہ آہستہ وہی بات ہے نا کہ پھر وہ ایک دور ہو جائیں گے اس سے. تو ایک وہ مزہ تو رہتا ہے اور ہونا چاہیے, اور اس سے پھر سیکھنے کا بھی عمل ہوتا ہے, اور انجوائمنٹ, ایک اچھی انجوائمنٹ جو ہے وہ بھی ایک سیکھنے کا عمل ہی ہے. ناظرین, فیصل آباد میں اگر ہم ادب کی بات کریں تو تنویر صاحب نہ ہو تو یہ مطلب میں زیادتی سمجھوں گا. یہ رائٹر ہیں, اسکرپٹ رائٹر بہت اچھے ہیں,
ان کی کئی کتابیں ہیں جو کہ فیصل آباد کے شہریوں کے لیے بلکہ پوری دنیا کے لوگ انہیں پڑھتے ہیں، اور اس کے علاوہ ریڈیو پاکستان میں اپنی خدمات سر انجام دیتے ہیں ان سے بات کرتے ہیں۔ سر یہ بتائیے گا کہ سوشل میڈیا آج کل کا ایک ہتھیار ہے، وہ لوگ اسے استعمال کرتے ہیں، لوگ یہ کہتے ہیں کچھ، مطلب میں نے کافی سرچ کی مشاعرے پہ آنے سے پہلے، پروگرام بیسیکلی ہمارا ہے کہ لوگ یہ سمجھتے ہیں کہ آج کل کا مشاعرہ ایک کاروباری اور ایک کنسرٹ کی شکل اختیار کر چکا ہے، اس حوالے سے آپ کیا کہنا چاہتے ہیں؟ یہ بات کافی حد تک درست ہے، کیونکہ مشاعرے کی روایت تو بڑی پرانی ہے، طویل روایت چلی آ رہی ہے سنجیدہ مشاعروں کی، اور آج سے 50 سال پہلے مختلف گھروں میں، اسکولوں میں، کالجز میں، یونیورسٹیوں میں، حتیٰ کہ ملوں میں، جو ہماری ٹیکسٹائل ملز تھیں وہاں پہ مشاعروں کا انعقاد ہوتا تھا۔ ہمارے بڑے بڑے قومی جو شاعر تھے ان میں شامل ہوتے تھے، مقامی شاعر شامل ہوتے تھے، لیکن وہ روایت اب دم توڑ چکی ہے۔ اب یہ ہوا ہے کہ مشاعرہ ایک کمرشل ایکٹیویٹی بن گئی ہے، جس طرح نعت کے فنکشن جو ہیں وہ اب ایک کمرشل ان کی حیثیت بن گئی ہے، یہی کچھ مشاعرے کے ساتھ ہوا ہے۔ تو اب آپ دیکھ لیجئے سوائے مزاحیہ مشاعرہ کے آپ کو مشاعرے نظر نہیں آتے۔ آپ اسکولوں میں دیکھ لیں، یونیورسٹیوں میں دیکھ لیں، کالجز میں دیکھ لیں، کہیں بھی دیکھ لیں، صرف مزاحیہ مشاعرہ ہوتا ہے، اور باقی جو سنجیدہ مشاعرے تھے ان کی روایت دم توڑ چکی ہے۔ آپ کی نظر میں اصل مشاعرے کی جو ایک مطلب گیدرنگ ہے وہ کیسی ہے؟ وہ ان کا ادبی ذوق ہونا چاہیے، وہ لوگ ہونے چاہیے جو خود پڑھتے ہوں، شاعری پڑھتے ہوں، شاعری سننے کا شوق ہو، ذوق ہو۔ میں یہ سمجھتا ہوں کہ بے شک تھوڑے لوگ ہوں، لیکن وہ لوگ ہونے چاہیے جو جن کا دل سے شوق ہو سننے کا، شاعر کو سمجھتے ہوں، تو ان کے ساتھ پھر بات سننے کا، سنانے کا، شاعری کا اپنا ہی مزہ آتا ہے۔ یہ آپ نے تمام شعراء کی جو آرائیں تھیں وہ آپ نے سنی، اسی کے ساتھ مجھے اجازت دیں، اللہ نگہبان۔